ਲਿਬਰਲ ਸਰਕਾਰ ਦੇ ਸਿਰ ਤੇ ਮੰਡਰਾਉਂਦਾ ਮੱਧਵਰਤੀ ਚੋਣਾਂ ਦਾ ਖਤਰਾ ਟਲਿਆ। ਐਨਡੀਪੀ ਨੇ ਬਚਾਈ ਲਿਬਰਲ ਫੈਡਰਲ ਸਰਕਾਰ ਦੀ ਜਾਨ। ਪੀਆਰ ਪ੍ਰੋਸੈਸ ਪੂਰਾ ਹੋਣ ਦੇ ਬਾਵਜੂਦ ਕੋਵਿਡ-19 ਕਰਕੇ ਕੈਨੇਡਾ ਨਾ ਆ ਪਾ ਰਹੇ ਲੋਕਾਂ ਲਈ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਕੀਤੇ ਗਏ ਜਾਰੀ। ਦੇਸ਼ ਦੇ ਬਾਹਰੋਂ ਆਉਣ ਵਾਲਿਆਂ ਵਾਸਤੇ ਅਲਬਰਟਾ ਨੇ ਚਲਾਇਆ ਇੱਕ ਖਾਸ ਪ੍ਰੋਗਰਾਮ। ਅਲਬਰਟਾ ਤੋਂ ਹੋ ਕੇ ਲੰਘਣ ਵਾਲੇ ਵਿਦੇਸ਼ੀਆਂ ਦਾ ਕੁਆਰੰਟੀਨ ਪੀਰੀਅਡ ਹੋ ਸਕਦਾ ਹੈ ਇਸ ਨਾਲ ਸਿਰਫ 48 ਘੰਟਿਆਂ ਦਾ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਅਮਨਿੰਦਰ ਗਰੇਵਾਲ। Yeas pour 146, 146. Nays contre 180, 180. ਫੈਡਰਲ ਐਨਡੀਪੀ ਨੇ ਇੱਕ ਵਾਰ ਫਿਰ ਫੈਡਰਲ ਲਿਬਰਲ ਸਰਕਾਰ ਨੂੰ ਡਿੱਗਣ ਤੋਂ ਬਚਾ ਲਿਆ। ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਮੋਸ਼ਨ ਪੇਸ਼ ਕਰਕੇ ਵੀ ਚੈਰਿਟੀ ਸਕੈਂਡਲ ਦੀ ਜਾਂਚ ਵਾਸਤੇ ਸੰਸਦੀ ਕਮੇਟੀ ਬਣਾਉਣ ਨੂੰ ਕਿਹਾ ਸੀ। ਪਹਿਲਾਂ ਸਾਰੀਆਂ ਪਾਰਟੀਆਂ ਇਸ ਕੰਮ ਵਾਸਤੇ ਰਾਜ਼ੀ ਸਨ, ਪਰ ਪ੍ਰਾਈਮ ਮਿਨਿਸਟਰ ਨੇ ਇਸ ਨੂੰ ਸਰਕਾਰ ਵਿੱਚ ਬੇਭਰੋਸਗੀ ਦਾ ਮਤਾ ਬਣਾ ਦਿੱਤਾ ਤੇ ਕਿਹਾ ਕਿ ਜੇ ਇਹ ਜਾਂਚ ਕਮੇਟੀ ਬਣੀ ਤਾਂ ਮਤਲਬ ਸਾਫ਼ ਹੈ ਕਿ ਸਰਕਾਰ ਵਿੱਚ ਭਰੋਸਾ ਨਹੀਂ ਹੈ ਤੇ ਸਰਕਾਰ ਡਿੱਗ ਜਾਏਗੀ। ਪ੍ਰਾਈਮ ਮਿਨਿਸਟਰ ਦੇ ਇਸ ਫੈਸਲੇ ਦੀ ਐਨਡੀਪੀ ਸਮੇਤ ਸਾਰੀਆਂ ਪਾਰਟੀਆਂ ਨੇ ਆਲੋਚਨਾ ਕੀਤੀ, ਪਰ ਆਖਰੀ ਮੌਕੇ ਤੇ ਐਨਡੀਪੀ ਵੀ ਜਾਂਚ ਕਮੇਟੀ ਦੀ ਮੰਗ ਤੋਂ ਪਿੱਛੇ ਹਟ ਗਈ ਤੇ ਉਸਨੇ ਲਿਬਰਲ ਪਾਰਟੀ ਦਾ ਸਾਥ ਦਿੰਦੇ ਹੋਏ ਸਰਕਾਰ ਡਿੱਗਣ ਤੋਂ ਬਚਾ ਲਈ। We don't want an election. Canadians don't want an election, but Canadians need to know that their parliament continues to work constructively. ਤੇ ਕੰਜ਼ਰਵੇਟਿਵ ਪਾਰਟੀ ਦਾ ਜਾਂਚ ਕਮੇਟੀ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ। ਗ੍ਰੀਨ ਪਾਰਟੀ ਨੇ ਵੀ ਐਨਡੀਪੀ ਦਾ ਸਾਥ ਦਿੱਤਾ, ਯਾਨੀ ਲਿਬਰਲਸ ਦੇ ਨਾਲ ਖੜੀ ਹੈ। ਜਾਂਚ ਕਮੇਟੀ ਬਣਾਉਣ ਦਾ ਮੋਸ਼ਨ 146 ਵੋਟਾਂ ਦੇ ਮੁਕਾਬਲੇ 180 ਵੋਟਾਂ ਨਾਲ ਰੱਦ ਹੋ ਗਿਆ। ਐਨਡੀਪੀ ਨੇ ਕਿਹਾ ਹੈ ਕਿ ਬੇਸ਼ੱਕ ਉਹਨਾਂ ਨੂੰ ਦੇਸ਼ ਨੂੰ ਬੇਲੋੜੀਆਂ ਚੋਣਾਂ ਤੋਂ ਬਚਾਉਣ ਵਾਸਤੇ ਇਸ ਦਾ ਸਮਰਥਨ ਕਰਨਾ ਪਿਆ ਹੈ, ਪਰ ਉਹ ਫੈਡਰਲ ਸਰਕਾਰ ਨੂੰ ਜ਼ਿੰਮੇਦਾਰ ਬਣਾਉਣ ਵਾਸਤੇ ਸਵਾਲ ਪੁੱਛਣਾ ਬੰਦ ਨਹੀਂ ਕਰਨਗੇ। We are voting for Canadians. We are voting against an election. We are going to continue to work for people. And that means continuing to hold the government to account. ਅਲਬਰਟਾ ਵੱਲੋਂ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਲੈਂਡ ਅਤੇ 에ਅਰ ਟਰੈਵਲ ਰਾਹੀਂ ਦੇਸ਼ ਦੇ ਬਾਹਰੋਂ ਕੈਨੇਡਾ ਵਿੱਚ ਆਉਣ ਵਾਲੇ ਉਹ ਲੋਕ ਜੋ ਅਲਬਰਟਾ ਵਿੱਚੋਂ ਹੋ ਕੇ ਹੋਰਨਾਂ ਸ਼ਹਿਰਾਂ ਵੱਲ ਜਾਣਗੇ, ਉਹਨਾਂ ਕੋਲ ਆਪਣਾ 14 ਦਿਨ ਦਾ ਕੁਆਰੰਟੀਨ ਪੀਰੀਅਡ ਘਟਾ ਕੇ 48 ਘੰਟੇ ਕਰਨ ਦਾ ਮੌਕਾ ਹੋਏਗਾ। ਸਦਰਨ ਅਲਬਰਟਾ ਦੀ ਕੋਟਸ ਲੈਂਡ ਬਾਰਡਰ ਕ੍ਰਾਸਿੰਗ ਅਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਤੇ 2 ਨਵੰਬਰ ਤੋਂ ਇਹ ਵੋਲੰਟਰੀ ਸਕਰੀਨਿੰਗ ਆਪਸ਼ਨ ਦਿੱਤੀ ਜਾਏਗੀ। ਇਹ ਸੇਵਾ ਫੋਰਨ ਐਸੈਂਸ਼ੀਅਲ ਵਰਕਰਸ ਜਿਵੇਂ ਕਿ ਟਰੱਕਰਸ, ਹੈਲਥ ਕੇਅਰ ਅਤੇ ਹੋਰ ਵਰਕਰਸ ਲਈ ਹੋਏਗੀ ਜਿਹੜੇ ਗੈਰ ਜ਼ਰੂਰੀ ਯਾਤਰਾ ਤੇ ਲੱਗੀ ਪਾਬੰਦੀ ਦੇ ਘੇਰੇ ਵਿੱਚ ਨਹੀਂ ਆਉਂਦੇ, ਤੇ ਉਹਨਾਂ ਵਾਸਤੇ ਵੀ ਹੋਏਗੀ ਜੋ ਕੈਨੇਡੀਅਨਸ ਨੇ ਤੇ ਦੇਸ਼ ਦੇ ਬਾਹਰ ਗਏ ਹੋਏ ਸਨ ਤੇ ਹੁਣ ਘਰ ਵਾਪਸ ਆ ਰਹੇ ਨੇ। ਟੈਸਟ ਨੈਗੇਟਿਵ ਆਉਣ ਤੇ ਯਾਤਰੀਆਂ ਨੂੰ ਕੁਆਰੰਟੀਨ ਪੀਰੀਅਡ ਖਤਮ ਕਰਨ ਦੀ ਖੁੱਲ੍ਹ ਹੋਏਗੀ, ਬਸ਼ਰਤੇ ਉਹ ਲਿਖਤੀ ਭਰੋਸਾ ਦੇਣ ਕਿ 6 ਦਿਨ ਬਾਅਦ ਉਹ ਸਥਾਨਕ ਫਾਰਮੇਸੀ ਤੇ ਜਾ ਕੇ ਦੁਬਾਰਾ ਟੈਸਟ ਕਰਾਉਣਗੇ। ਇਹ ਦੂਜਾ ਟੈਸਟ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਮਿਊਨਿਟੀ ਫਾਰਮੇਸੀਜ਼ ਤੇ ਹੀ ਹੋਏਗਾ। ਦੂਜਾ ਟੈਸਟ ਹੋਣ ਤੱਕ ਪਹਿਲਾਂ ਨੈਗੇਟਿਵ ਪਾਏ ਗਏ ਵਿਅਕਤੀਆਂ ਨੂੰ ਰੋਜ਼ਾਨਾ ਸਿੰਪਟਮਸ ਨਾਲ ਸੰਬੰਧਿਤ ਇੱਕ ਚੈੱਕਲਿਸਟ ਨੂੰ ਫੋਲੋ ਕਰਨਾ ਪਏਗਾ ਤੇ ਬਾਹਰ ਜਾਂਦੇ ਹੋਏ ਮਾਸਕ ਪਾਉਣਾ ਲਾਜ਼ਮੀ ਹੋਏਗਾ ਤੇ ਉਹਨਾਂ ਲੋਕਾਂ ਦੇ ਨੇੜੇ ਨਹੀਂ ਜਾਣਾ ਜਿਨ੍ਹਾਂ ਨੂੰ ਬਿਮਾਰ ਹੋਣ ਦਾ ਜ਼ਿਆਦਾ ਖਤਰਾ ਹੈ। ਇਹ ਪ੍ਰੋਗਰਾਮ ਅਗਲੇ ਸਾਲ ਐਡਮਿੰਟਨ 에ਅਰਪੋਰਟ ਤੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਉਹਨਾਂ ਲੋਕਾਂ ਦੀ ਮੁਸ਼ਕਿਲ ਅਤੇ ਚਿੰਤਾ ਵੱਧਦੀ ਜਾ ਰਹੀ ਹੈ ਜਿਨ੍ਹਾਂ ਨੇ ਕੈਨੇਡੀਅਨ ਪੀਆਰ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਸੀ, ਵੀਜ਼ਾ ਲੱਗ ਚੁੱਕਿਆ ਸੀ, ਬਸ ਕੈਨੇਡਾ ਦੀ ਫਲਾਈਟ ਲੈਣੀ ਸੀ ਕਿ ਕੋਵਿਡ-19 ਕਰਕੇ ਆਵਾਜਾਈ ਬੰਦ ਹੋ ਗਈ। ਅਜਿਹੇ ਲੋਕਾਂ ਦੀ ਸਾਰ ਲੈਣ ਵਾਸਤੇ ਹੁਣ ਫੈਡਰਲ ਸਰਕਾਰ ਨੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ। ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਰੈਡ ਐਫਐਮ ਕੈਲਗਰੀ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਤੋਂ। ਜੀ ਰਿਸ਼ੀ ਜੀ, ਕੀ ਜਾਣਕਾਰੀ ਹੈ? ਜੀ ਮਨਿੰਦਰ, ਦੁਨੀਆ ਭਰ ਵਿੱਚੋਂ ਕੈਨੇਡਾ ਵੱਲ ਆਉਣ ਦਾ ਸੁਪਨਾ ਵੇਖ ਰਹੇ ਹਜ਼ਾਰਾਂ ਲੋਕ ਆਪਣੀ ਸਾਰੀ ਕਾਗਜ਼ੀ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਵਜੂਦ ਇਸ ਦੇਸ਼ ਵਿੱਚ ਨਹੀਂ ਆ ਸਕੇ ਨੇ ਤੇ ਉਹਨਾਂ ਦੀ ਚਿੰਤਾ ਹੁਣ ਵੱਧਦੀ ਜਾ ਰਹੀ ਹੈ। ਇਹਨਾਂ ਵਿਅਕਤੀਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸ ਮਿਲ ਚੁੱਕੀ ਹੈ, ਪਰ ਉਹ ਕੈਨੇਡਾ ਦਾ ਬਾਰਡਰ ਅਤੇ ਅੰਤਰਰਾਸ਼ਟਰੀ ਫਲਾਈਟਸ ਦੇ ਬੰਦ ਹੋਣ ਦੇ ਚਲਦਿਆਂ ਇੱਥੇ ਨਹੀਂ ਪਹੁੰਚ ਸਕਦੇ ਤੇ ਉਧਰ ਉਹਨਾਂ ਦੇ ਇਮੀਗ੍ਰੇਸ਼ਨ ਡਾਕੂਮੈਂਟਸ ਐਕਸਪਾਇਰ ਹੋਣ ਦੇ ਕਿਨਾਰੇ ਤੇ ਪਹੁੰਚ ਗਏ ਨੇ। ਮੈਂ ਇਹ ਵੀ ਦੱਸ ਦਿਆਂ ਕਿ ਜਦੋਂ ਕਿਸੇ ਇਮੀਗ੍ਰੇਸ਼ਨ ਕੈਂਡੀਡੇਟ ਨੂੰ ਪੀਆਰ ਸੰਬੰਧੀ ਕਨਫਰਮੇਸ਼ਨ ਮਿਲ ਜਾਂਦੀ ਹੈ ਤਾਂ ਪੀਆਰ ਹੋਣ ਤੋਂ ਸਿਰਫ ਇੱਕ ਕਦਮ ਦੂਰ ਹੀ ਰਹਿ ਜਾਂਦਾ ਹੈ। ਕੈਨੇਡਾ ਵਿੱਚ ਦਾਖਲ ਹੋ ਕੇ ਉਸਨੇ ਪੀਆਰ ਕਾਰਡ ਵਾਸਤੇ ਅਰਜ਼ੀ ਦੇਣੀ ਹੁੰਦੀ ਹੈ। ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸ COPR 1 ਸਾਲ ਵਾਸਤੇ ਵੈਲਿਡ ਹੁੰਦੀ ਹੈ ਤੇ ਬਹੁਤੇ ਲੋਕ ਇਸ ਦੀ ਐਕਸਪਾਇਰੀ ਵੱਲ ਵੱਧ ਰਹੇ ਨੇ। ਕਈ ਲੋਕ ਹੁਣ ਤੱਕ ਆਪੋ ਆਪਣੀਆਂ ਨੌਕਰੀਆਂ ਛੱਡ ਚੁੱਕੇ ਨੇ, ਕਈ ਨੇ ਆਪਣੀਆਂ ਪ੍ਰਾਪਰਟੀਜ਼ ਵੇਚ ਦਿੱਤੀਆਂ ਨੇ, ਕਈ ਬੱਚੇ ਸਕੂਲੋਂ ਹਟ ਗਏ ਨੇ, ਪਰ ਉਹ ਕੈਨੇਡਾ ਆ ਨਹੀਂ ਸਕਦੇ। ਜਿਨ੍ਹਾਂ ਦੀ COPR ਜਾਂ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ PRV ਐਕਸਪਾਇਰ ਹੋ ਜਾਵੇ, ਉਹ ਜਹਾਜ਼ ਵੀ ਨਹੀਂ ਚੜ੍ਹ ਸਕਦੇ। ਉਹਨਾਂ ਲੋਕਾਂ ਦੀ ਸਹੂਲਤ ਵਾਸਤੇ ਕੈਨੇਡਾ ਦੀ ਸਰਕਾਰ ਨੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਨੇ। ਮਨਿੰਦਰ, ਅਜਿਹੇ ਲੋਕਾਂ ਨੂੰ ਸਾਹਮਣੇ ਲਿਖੀ ਵੈਬਸਾਈਟ ਤੋਂ ਫਾਰਮ ਭਰ ਕੇ ਭੇਜਣ ਨੂੰ ਕਿਹਾ ਗਿਆ। ਉਹ ਨਿਰਾਸ਼ ਨਾ ਹੋਣ, ਆਨਲਾਈਨ ਅਰਜ਼ੀਆਂ ਲਈਆਂ ਜਾ ਰਹੀਆਂ ਨੇ। ਜੀ ਰਿਸ਼ੀ ਜੀ, ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਜੀ ਮਨਿੰਦਰ, ਧੰਨਵਾਦ।
ਕੈਨੇਡਾ ਦੀ ਸਿਟੀਜ਼ਨਸ਼ਿਪ ਦੀ ਸਹੁੰ ਦੀ ਸ਼ਬਦਾਵਲੀ ਬਦਲਣ ਵਾਸਤੇ ਫੈਡਰਲ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਹੈ ਤਾਂ ਜੋ ਇਸ ਵਿੱਚ ਇੰਡੀਜਨਸ ਭਾਵ ਮੂਲ ਨਿਵਾਸੀ ਭਾਈਚਾਰੇ ਦੇ ਹੱਕਾਂ ਦੀ ਗੱਲ ਸ਼ਾਮਲ ਕੀਤੀ ਜਾ ਸਕੇ। ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਦਾ ਕਹਿਣਾ ਹੈ ਕਿ ਮੂਲ ਨਿਵਾਸੀਆਂ ਨਾਲ ਕੈਨੇਡਾ ਵਿੱਚ ਹੋਈਆਂ ਨਾਇਨਸਾਫੀਆਂ ਨੂੰ ਸਵੀਕਾਰ ਕਰਦਿਆਂ ਫੈਡਰਲ ਲਿਬਰਲ ਸਰਕਾਰ ਟਰੂਥ ਐਂਡ ਰੈਕਨਸੀਲੀਏਸ਼ਨ ਰਿਪੋਰਟ ਤੋਂ ਮਿਲੀ ਸਿੱਖਿਆ ਤੇ ਚੱਲਦੇ ਹੋਏ ਸਿਟੀਜ਼ਨਸ਼ਿਪ ਐਕਟ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ। ਓਨਟਾਰੀਓ ਦੀ ਸਰਕਾਰ ਨੇ ਕੁਝ ਵਿਅਕਤੀਆਂ ਅਤੇ ਅਦਾਰਿਆਂ ਤੇ ਬਚਾਅ ਵਿੱਚ ਉਤਰਦਿਆਂ ਲਾਇਬਿਲਿਟੀ ਪ੍ਰੋਟੈਕਸ਼ਨ ਬਿੱਲ ਪੇਸ਼ ਕੀਤਾ ਹੈ। ਫਰੰਟਲਾਈਨ ਰਿਟੇਲ ਵਰਕਰਸ, ਹੈਲਥ ਕੇਅਰ ਵਰਕਰਸ, ਕੋਚਸ ਅਤੇ ਮਾਈਨਰ ਸਪੋਰਟਸ ਆਰਗੇਨਾਈਜੇਸ਼ਨਸ ਦੇ ਨਾਲ ਚੈਰਿਟੀਜ਼ ਤੇ ਕੋਵਿਡ-19 ਐਕਸਪੋਜ਼ਰ ਫੈਲਾਉਣ ਸੰਬੰਧੀ ਮੁਕੱਦਮਿਆਂ ਤੋਂ ਇਹ ਬਿੱਲ ਉਹਨਾਂ ਨੂੰ ਛੁਟਕਾਰਾ ਦਿਵਾਏਗਾ। The pandemic has shown how absolutely critical these services are for millions of people and businesses. ਬਦਲੇ ਵਿੱਚ ਉਹ ਅੱਗੋਂ ਵਾਸਤੇ ਹੋਰ ਇਹਤਿਆਤ ਵਰਤਣ ਦਾ ਭਰੋਸਾ ਦੇਣਗੇ। ਇਹ ਲਾਇਬਿਲਿਟੀ ਪ੍ਰੋਟੈਕਸ਼ਨ ਉਹਨਾਂ ਲੋਕਾਂ ਅਤੇ ਅਦਾਰਿਆਂ ਲਈ ਨਹੀਂ ਹੈ ਜਿਨ੍ਹਾਂ ਨੇ ਜਾਣ-ਬੁੱਝ ਕੇ ਲੋਕਾਂ ਵਿੱਚ ਇਨਫੈਕਸ਼ਨ ਫੈਲਾਈ। ਈਰਾਨ ਵੱਲੋਂ ਜਨਵਰੀ ਮਹੀਨੇ ਮਿਜ਼ਾਈਲ ਨਾਲ ਸੁੱਟੇ ਗਏ ਯੂਕਰੇਨੀਅਨ ਹਵਾਈ ਜਹਾਜ਼ ਦੀ ਜਾਂਚ ਦੇ ਦੌਰਾਨ ਈਰਾਨ ਅਤੇ ਯੂਕਰੇਨ ਦੀ ਸਰਕਾਰ ਵਿਚਾਲੇ ਗੱਲਬਾਤ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ, ਪਰ ਇਸ ਵਿੱਚ ਕੈਨੇਡਾ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ, ਜਦਕਿ ਮਰਨ ਵਾਲੇ 176 ਲੋਕਾਂ ਵਿੱਚੋਂ 50 ਤੋਂ ਵੱਧ ਕੈਨੇਡਾ ਨਾਲ ਸੰਬੰਧ ਰੱਖਦੇ ਸਨ। ਈਰਾਨ ਦਾ ਕਹਿਣਾ ਹੈ ਕਿ ਕੈਨੇਡੀਅਨ ਫੋਰਨ ਅਫੇਅਰਸ ਮਿਨਿਸਟਰ ਫਰਾਂਸਵਾ ਫਿਲਿਪ ਸ਼ੈਂਪੇਨ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ। ਈਰਾਨ ਸ਼ੈਂਪੇਨ ਦੇ ਉਹਨਾਂ ਬਿਆਨਾਂ ਤੋਂ ਦਰਅਸਲ ਨਾਰਾਜ਼ ਹੈ ਜਿਨ੍ਹਾਂ ਵਿੱਚ ਉਹਨਾਂ ਕਿਹਾ ਕਿ ਕੈਨੇਡਾ ਈਰਾਨ ਨੂੰ ਜਵਾਬਦੇਹ ਬਣਾਏਗਾ ਤੇ ਈਰਾਨ ਦੀਆਂ ਸੱਚ ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਏਗਾ। ਯੂਰਪੀਅਨ ਯੂਨੀਅਨ ਨੇ ਕੈਨੇਡਾ ਨੂੰ ਇਸ ਹਫ਼ਤੇ ਅਪਰੂਵਡ ਟਰੈਵਲਰਸ ਲਿਸਟ ਵਿੱਚੋਂ ਕੱਢ ਦਿੱਤਾ। ਕੋਵਿਡ-19 ਦੇ ਕੈਨੇਡਾ ਵਿੱਚ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਅਜਿਹਾ ਕੀਤਾ ਗਿਆ ਹੈ। ਕੈਨੇਡਾ ਦੇ ਨਾਲ-ਨਾਲ ਟਿਊਨੀਸ਼ੀਆ ਅਤੇ ਜਾਰਜੀਆ ਨੂੰ ਵੀ ਕੱਢਿਆ ਗਿਆ, ਜਦਕਿ ਸਿੰਗਾਪੁਰ ਨੂੰ ਲਿਸਟ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਲਿਸਟ ਨੂੰ ਹਰ 2 ਹਫ਼ਤੇ ਬਾਅਦ ਰਿਵਿਊ ਕੀਤਾ ਜਾਂਦਾ ਹੈ ਤੇ ਇਸ ਵਿੱਚ ਸ਼ਾਮਲ ਮੁਲਕਾਂ ਤੋਂ ਲੋਕ ਯੂਰਪੀਅਨ ਯੂਨੀਅਨ ਵਿੱਚ ਗੈਰ ਜ਼ਰੂਰੀ ਯਾਤਰਾ ਲਈ ਵੀ ਜਾ ਸਕਦੇ ਨੇ। ਡਾਕਟਰਸ ਨੂੰ ਮੋਟੀਆਂ ਰਕਮਾਂ ਦੇ ਕੇ ਨਸ਼ੀਲਾ ਪੇਨ ਕਿਲਰ ਆਕਸੀਕੋਂਟਿਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਿਸਕ੍ਰਾਈਬ ਕਰਨ ਲਈ ਮਜਬੂਰ ਕਰਨ ਵਾਲੀ ਅਮਰੀਕੀ ਕੰਪਨੀ ਪਰਡੂ ਫਾਰਮਾ ਨੇ ਆਪਣਾ ਇਹ ਜੁਰਮ ਕਬੂਲ ਕਰ ਲਿਆ ਹੈ, ਪਰ ਇਸ ਦੇ ਬਦਲੇ ਕੋਈ ਜੇਲ੍ਹ ਨਹੀਂ ਜਾ ਰਿਹਾ। ਯੂਐਸ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਪੇਨ ਕਿਲਰ ਆਕਸੀਕੋਂਟਿਨ ਬੜਾ ਹੀ ਜ਼ਰੂਰੀ ਹੈ, ਨਸ਼ੀਲਾ ਹੀ ਸਹੀ, ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਸੋ ਪਰਡੂ ਫਾਰਮਾ ਨੂੰ ਬੰਦ ਕਰਕੇ ਅਮੀਰ ਸੈਕਰ ਪਰਿਵਾਰ ਹੁਣ ਆਪਣੀ ਹੀ ਇੱਕ ਹੋਰ ਕੰਪਨੀ ਖੋਲ੍ਹੇਗਾ ਤੇ ਉੱਥੇ ਵੀ ਆਕਸੀਕੋਂਟਿਨ ਹੀ ਬਣੇਗਾ। ਲੱਖਾਂ ਲੋਕਾਂ ਨੂੰ ਨਸ਼ੇ ਦਾ ਆਦੀ ਬਣਾਉਣ ਅਤੇ ਹਜ਼ਾਰਾਂ ਦੀ ਓਪੀਓਇਡ ਓਵਰਡੋਜ਼ ਨਾਲ ਹੋਈਆਂ ਮੌਤਾਂ ਬਦਲੇ ਕੰਪਨੀ $8 ਬਿਲੀਅਨ ਦੇ ਕੇ ਬੜੀ ਆਸਾਨੀ ਨਾਲ ਛੁੱਟ ਗਈ ਹੈ। It's also important to note that this resolution does not prohibit future criminal or civil penalties against Purdue Pharma's executives or employees. ਭਾਰਤ ਦੀ ਕੇਂਦਰ ਸਰਕਾਰ ਨੇ ਸੈਰ ਸਪਾਟਾ ਅਤੇ ਇਲਾਜ ਵਾਸਤੇ ਦੇਸ਼ ਆਉਣ ਵਾਲਿਆਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਵੀਜ਼ੇ ਤੁਰੰਤ ਬਹਾਲ ਕਰ ਦਿੱਤੇ ਨੇ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਸਾਰੇ OCI, PIO ਕਾਰਡ ਧਾਰਕਾਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਸੈਰ ਸਪਾਟਾ ਵੀਜ਼ਾ ਨੂੰ ਛੱਡ ਕੇ ਕਿਸੇ ਵੀ ਉਦੇਸ਼ ਲਈ ਭਾਰਤ ਆਉਣ ਦੀ ਆਗਿਆ ਦੇ ਰਹੀ ਹੈ। ਭਾਰਤ ਵਿੱਚ ਕਿਸਾਨ ਧਿਰਾਂ ਨੇ ਖਾਦ ਅਤੇ ਕੋਲਾ ਸਪਲਾਈ ਵਿੱਚ ਆਈ ਖੜੋਤ ਦੇ ਮੱਦੇਨਜ਼ਰ ਕਿਸਾਨ ਅੰਦੋਲਨ ਦੌਰਾਨ ਮਾਲ ਗੱਡੀਆਂ ਵਾਸਤੇ 23 ਅਕਤੂਬਰ ਤੋਂ ਅਗਲੇ 15 ਦਿਨਾਂ ਵਾਸਤੇ ਰੇਲ ਮਾਰਗ ਖੋਲ੍ਹ ਦਿੱਤੇ ਨੇ। ਇਸ ਫੈਸਲੇ ਨਾਲ ਪੰਜਾਬ ਸਰਕਾਰ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਕੋਲੇ ਵਾਲੀਆਂ ਗੱਡੀਆਂ, ਖਾਦ ਵਾਲੀਆਂ, DAP ਵਾਲੀਆਂ, ਯੂਰੀਏ ਵਾਲੀਆਂ, ਉਹ ਸਾਰੀਆਂ ਰੁਕੀਆਂ ਖੜੀਆਂ। ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅੱਜ ਜਿਹੜਾ ਇਹ ਧਰਨਾ ਚੱਕ ਕੇ ਕਿਰਾਂ ਸਾਈਡ ਤੇ ਕੀਤਾ ਜਾਊਗਾ। ਪਾਕਿਸਤਾਨੀ ਸੰਸਦ ਪੈਨਲ ਨੇ ਉਸ ਸਰਕਾਰੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਸਜ਼ਾਏ ਮੌਤ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਸਜ਼ਾ ਤੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ। ਨੈਸ਼ਨਲ ਅਸੈਂਬਲੀ ਦੀ ਸਥਾਈ ਕਮੇਟੀ ਵੱਲੋਂ ਕਾਨੂੰਨ ਅਤੇ ਨਿਆਂ ਬਾਰੇ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਸਖਤ ਵਿਰੋਧ ਦੇ ਬਾਵਜੂਦ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਰਡੀਨੈਂਸ ਨੂੰ ਵਿਚਾਰਿਆ ਗਿਆ ਤੇ ਇਸ ਨੂੰ ਮਨਜ਼ੂਰੀ ਦਿੱਤੀ ਗਈ। UAE ਇਜ਼ਰਾਈਲ ਨਾਲ ਵੀਜ਼ਾ ਐਗਜ਼ੈਂਪਸ਼ਨ ਡੀਲ ਕਰਨ ਵਾਲਾ ਪਹਿਲਾ ਅਰਬ ਮੁਲਕ ਬਣ ਗਿਆ ਹੈ। 15 ਸਤੰਬਰ ਨੂੰ ਬਹਿਰੀਨ ਅਤੇ UAE ਦੀ ਇਜ਼ਰਾਈਲ ਨਾਲ ਦੋਸਤੀ ਹੋਈ ਸੀ ਤੇ ਹੁਣ UAE ਨਾਗਰਿਕ ਬਗੈਰ ਵੀਜ਼ਾ ਇਜ਼ਰਾਈਲ ਵਿੱਚ 90 ਦਿਨ ਗੁਜ਼ਾਰ ਸਕਣਗੇ। ਇਜਿਪਟ ਅਤੇ ਜਾਰਡਨ ਹਾਲਾਂਕਿ ਪਹਿਲਾਂ ਤੋਂ ਇਜ਼ਰਾਈਲ ਦੇ ਦੋਸਤ ਨੇ, ਪਰ ਉਹਨਾਂ ਦੇ ਨਾਗਰਿਕਾਂ ਨੂੰ ਇਜ਼ਰਾਈਲ ਵਿੱਚ ਦਾਖਲ ਹੋਣ ਲਈ ਐਂਟਰੀ ਪਰਮਿਟ ਲੈਣਾ ਪੈਂਦਾ ਹੈ। ਇਸ ਹਫ਼ਤੇ ਦੀਆਂ ਕੁਝ ਵੱਡੀਆਂ ਤੇ ਖਾਸ ਖਬਰਾਂ ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।